ਕਾਂਗਰਸ ਵਿਧਾਨ ਸਭਾ ਦਾ ਘਿਰਾਓ ਕਰਨ ਲੱਗੀ ਹੈ ਜੀ। ਦੇਖੋ, ਕਾਂਗਰਸ ਜਿਹੜੀ ਹੈ ਉਹਨੇ ਐਲਾਨ ਤੇ ਕੀਤਾ ਹੈ। ਆਪਾਂ ਨੂੰ ਪਤਾ ਹੈ ਨਾ ਕਿ ਕਾਂਗਰਸ ਜਿਹੜੀ ਹੈ ਉਹ ਵਿਧਾਨ ਸਭਾ ਦੇ ਵਿੱਚ ਆਪਣੀ ਹਾਜ਼ਰੀ ਹਰ ਹਾਲਤ ਵਿੱਚ ਦਰਜ ਕਰਾਉਣਾ ਚਾਹੁੰਦੀ ਹੈ। ਜੀ। ਤੇ ਦੂਜੀ ਗੱਲ ਹੈ ਕਿ ਇਸ ਦਰਮਿਆਨ ਜਦੋਂ ਬ੍ਰੇਕ ਹੋਈ ਹੈ ਤਾਂ ਫਿਰ ਤੁਸੀਂ ਦੇਖੋ ਕਿ ਇੱਕ ਦੋ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਇੰਟਰਵਿਊ ਵਾਲੀ ਲੈ ਲਓ, ਤੇ ਇਹ ਤਾਂ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਾਣੀ ਬਣ ਗਈ ਹੈ ਹੂੰ। ਰਾਜਨੀਤੀ ਦੇ ਪੱਖ ਦੇ ਨਾਲ ਦੇਖੀਏ ਆਪਾਂ। ਜੀ। ਕਿਉਂਕਿ ਸਿੱਧੂ ਮੂਸੇਵਾਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਕਾਂਗਰਸ ਪ੍ਰਧਾਨ ਦਾ ਇਹਨਾਂ ਦਾ ਕੈਂਡੀਡੇਟ ਰਿਹਾ ਹੈ, ਹੂੰ। ਫੈਮਿਲੀ ਵੀ ਕਾਂਗਰਸੀ। ਤੋ ਇਸ ਕਰਕੇ ਲੱਗਦਾ ਤੇ ਇਹ ਆ ਕਿ ਇਸ ਮੁੱਦੇ ਤੇ ਵੀ ਜਿਹੜਾ ਇੱਕ ਅੱਧਾ ਦਿਨ ਹੁਣ ਰਹਿ ਗਿਆ ਸੈਸ਼ਨ ਦਾ, ਉਹਦੇ ਚ ਕਾਫੀ ਹਾ ਹੱਲਾ ਹੋਏਗਾ। ਇਹ ਸਾਫ਼ ਹੈ, ਸਪਸ਼ਟ ਹੈ। ਪਰ ਇਹਨਾਂ ਨੇ ਘਰਾਓ ਦਾ ਐਲਾਨ ਕੀਤਾ ਹੈ ਕਿ ਅਸੀਂ 22 ਤਰੀਕ ਨੂੰ ਘਰਾਓ ਕਰਾਂਗੇ। ਹਾਲਾਂਕਿ ਏਜੰਡਾ ਸਪਸ਼ਟ ਨਹੀਂ ਹੈ ਕਿ ਕਿਹੜੇ ਕਿਹੜੇ ਮੁੱਦੇ ਇਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਉਲੇਖਿਆ ਇਹਨਾਂ ਨੇ ਉਹਦੇ ਚ ਸ਼ਾਮਲ ਕੀਤੇ ਆ। ਪਰੰਤੂ ਇਹ ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਜਿਹੜਾ ਬਜਟ ਸੈਸ਼ਨ ਹੈ ਉਹਦੇ ਵਿੱਚ ਹੁਣ ਜਿਹੜਾ ਆਖਰੀ ਦਿਨ ਹੋਏਗਾ ਅਸੀਂ ਉਹਦੇ ਵਿੱਚ ਘਰਾਓ ਕਰਾਂਗੇ। ਤਾਂ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਜਿਹੜੀ ਮੇਨ ਆਪੋਜੀਸ਼ਨ ਹੈ ਉਹ ਘਰਾਓ ਕਰਨ ਦਾ ਸੋਚ ਰਹੀ ਹੈ। ਤਾਂ ਇਹਦੇ ਵਿੱਚ ਇਹਨਾਂ ਨੇ ਕੁਝ ਕੁ ਮੁੱਦੇ ਸਪਸ਼ਟ ਕੀਤੇ ਆ। ਤਕਰੀਬਨ ਲਾ ਲਓ ਕਿ ਇੱਕ ਦੋ ਮੰਗਾਂ ਜਿਹੜੀਆਂ ਖਾਸ ਤੌਰ ਤੇ ਉਹ ਕੀਤੀਆਂ ਜਾ ਰਹੀਆਂ ਜੋ ਇਹਨਾਂ ਨੇ ਵਾਅਦੇ ਕੀਤੇ ਸਨ, ਵਾਅਦਿਆਂ ਨੂੰ ਲੈ ਕੇ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਗੱਲਾਂ ਜਿਹੜੀਆਂ ਇਸ ਦੌਰਾਨ ਵੱਡੀਆਂ ਬਣ ਰਹੀਆਂ ਨੇ, ਇਹ ਗੱਲਾਂ ਵੀ ਕਿਤੇ ਨਾ ਕਿਤੇ ਉੱਥੇ ਜ਼ਰੂਰ ਉੱਠਣਗੀਆਂ। ਸੋ ਇਹਨਾਂ ਨੇ ਘਰਾਓ ਦਾ ਐਲਾਨ ਕਰ ਦਿੱਤਾ। ਕਿ ਭਾਜਪਾ ਵਾਲਿਆਂ ਨੇ ਵੀ ਕੀਤਾ ਸੀਗਾ, ਭਾਜਪਾ ਵਾਲਿਆਂ ਦਾ ਤਾਂ ਇੰਨਾ ਸਫਲ ਨਹੀਂ ਸੀ ਹੋ ਸਕਿਆ। ਹੁਣ ਇਹ ਦੇਖਦੇ ਆ ਕਿ ਜਿਹੜੀ ਮੇਨ ਆਪੋਜੀਸ਼ਨ ਹੈ ਉਹ ਜਦੋਂ ਘਰਾਓ ਦਾ ਐਲਾਨ ਕਰਦੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਰਾਜਨੀਤੀ ਦਾ ਪਾਰਾ ਕਿੰਨਾ ਗਰਮ ਹੈਗਾ ਜੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬ੍ਰਹਮ ਮਹਿੰਦਰਾ ਜੀ ਦੀ, ਸਾਬਕਾ ਮੰਤਰੀ। ਇਹਨਾਂ ਤੋਂ ਵੀ ਪੁੱਛਗਿੱਛ ਹੋਈ ਹੈ ਜੀ, ਕਿਹੜੇ ਮਾਮਲੇ 'ਚ ਹੋਈ ਹੈ? ਹਾਂਜੀ, ਦੇਖੋ ਪ੍ਰਵੀਨ ਜੀ, ਇਹੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਵਾਲਾ ਉਹੀ ਮਾਮਲਾ ਹੁੰਦਾ ਇਹਨਾਂ ਦਾ ਸ਼ੁਰੂਆਤ ਦੇ ਦੌਰ ਦੇ ਵਿੱਚ। ਬ੍ਰਹਮ ਮਹਿੰਦਰਾ ਦੇ ਮੁੰਡੇ ਬਾਰੇ ਵੀ ਖਬਰ ਸੀ, ਮੋਹਿਤ ਬਾਰੇ, ਕਿ ਉਹਨਾਂ ਨੂੰ ਵੀ ਬੁਲਾਇਆ ਗਿਆ। ਹਾਲਾਂਕਿ ਉਹਨਾਂ ਦੀ ਪੇਸ਼ੀ ਤਾਂ ਹੁਣ ਤੱਕ ਨਹੀਂ ਹੋਈ। ਤਾਂ ਇਹ ਆਪਾਂ ਦੇਖ ਹੀ ਰਹੇ ਹਾਂ, ਜਿਵੇਂ ਕੱਲ ਦਲਵੀਰ ਗੋਲਡੀ ਨੂੰ ਵੀ ਬੁਲਾਇਆ ਗਿਆ ਸੀਗਾ, ਤਾਂ ਉਹ ਵੀ ਸ਼ਾਮਲ ਹੋਇਆ ਸੀਗਾ ਪੁੱਛਗਿੱਛ 'ਚ, ਪਰ ਡੀਐਸਪੀ ਨਹੀਂ ਹੈਗਾ ਸੀਗਾ। ਮਤਲਬ ਕਿ ਤੁਸੀਂ ਦੂਜੇ ਨੂੰ ਬੁਲਾ ਰਹੇ ਹੋ, ਆਪ ਨਹੀਂ ਆ ਰਹੇ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਕਹਿ ਲਓ ਕਿ ਇੱਕ ਮਹੱਤਵਪੂਰਨ ਮੁੱਦਾ ਬਣ ਜਾਂਦਾ। ਕਈ ਵਾਰ ਖੱਜਲ ਕਰਨ ਦੀ ਵੀ ਤੁਹਾਨੂੰ ਪਤਾ ਵਿਧੀ ਹੁੰਦੀ ਹੈ ਨਾ, ਕਿ ਬੰਦੇ ਨੂੰ 2-4 ਵਾਰੀ ਸੱਦੋ, 2-4 ਵਾਰੀ ਬਿਠਾਓ, ਫਿਰ ਦੇਖੋ ਕੀ ਬਣਦਾ ਬਣਾਉਂਦਾ। ਤਾਂ ਖੈਰ, ਬ੍ਰਹਮ ਮਹਿੰਦਰਾ ਤੇ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਉਣ ਦਾ ਹੀ ਮਾਮਲਾ ਹੈ, ਜਿਹਦੇ 'ਚ ਇਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਹੋ ਰਹੀ ਹੈ। ਇਹਨਾਂ ਨੂੰ 3 ਵਾਰੀ ਨੋਟਿਸ ਭੇਜੇ ਗਏ ਸਨ। ਹਾਲਾਂਕਿ ਪਹਿਲਾਂ ਇਹਨਾਂ ਨੇ ਆਪਣਾ ਸਿਹਤ ਦਾ ਹਵਾਲਾ ਦੇ ਕੇ ਕਿਹਾ ਸੀਗਾ ਕਿ ਮੈਂ ਪੇਸ਼ ਨਹੀਂ ਹੋ ਸਕਾਂਗਾ। ਤਾਂ ਹੁਣ ਇਹ ਪੇਸ਼ ਹੋਏ ਨੇ, ਪਰ ਇਹ ਇਸ ਮਾਮਲੇ ਨੂੰ ਮੂਲੋਂ ਹੀ ਰੱਦ ਕਰ ਚੁੱਕੇ ਆ ਕਿ ਐਸਾ ਤਾਂ ਕੁਝ ਹੈ ਹੀ ਨਹੀਂ ਹੈ ਵੀਰੇ। ਤਾਂ ਪਰ ਗੱਲ ਇਹ ਹੈ ਪ੍ਰਵੀਨ ਜੀ ਕਿ ਜੇ ਕੁਝ ਹੈ ਨਹੀਂ ਹੈ ਤਾਂ ਫਿਰ ਡਰਨ ਦੀ ਜ਼ਰੂਰਤ ਨਹੀਂ ਹੈ, ਡਰਨ ਦੀ ਕੋਈ ਲੋੜ ਨਹੀਂ ਹੈ। ਤੇ ਗੱਲ ਇਹ ਆ ਕਿ ਬਈ ਜਦੋਂ ਤੁਸੀਂ ਜਨਤਕ ਤੌਰ ਤੇ ਵਿਚਰਦੇ ਹੋ, ਖਾਸ ਤੌਰ ਤੇ ਤੁਸੀਂ ਨੁਮਾਇੰਦਗੀ ਕਰਦੇ ਹੋ ਜਨਤਾ ਦੀ, ਤਾਂ 5 ਸਾਲ ਬਾਅਦ ਜੇ ਸਾਰਿਆਂ ਦਾ ਹੀ ਲੇਖਾ ਜੋਖਾ ਹੋ ਜਾਵੇ ਤੇ ਮੈਨੂੰ ਲੱਗਦਾ ਦਿੱਕਤ ਨਹੀਂ। ਹਾਲਾਂਕਿ ਪੋਲੀਟੀਕਲ ਵੈਂਡੇਟਾ ਨਾ ਹੋਵੇ ਕਿਸੇ ਨਾਲ, ਚਾਹੇ ਸਰਕਾਰ ਕਿਸੇ ਦੀ ਵੀ ਆਵੇ। ਜਦ ਤੁਸੀਂ 5 ਸਾਲ ਰਾਜ ਕੀਤਾ ਹੈ, ਮੰਤਰੀ ਪੁਣਾ ਭੋਗਿਆ ਹੈ, ਤੁਸੀਂ ਭੱਤਿਆਂ ਤੇ ਨਜ਼ਾਰੇ ਲਏ ਨੇ, ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਕੱਟ ਲਿਆ 5 ਸਾਲ, ਜਾਨੀ ਲਗਜ਼ਰੀ ਲਾਈਫ ਜਿਹੜੀ ਕਹਿ ਸਕਦੇ ਆਪਾਂ। ਤੇ ਜਨਤਾ ਨੂੰ ਫਿਰ ਹੱਕ ਹੈ ਕਿ ਉਹ ਆਪਣੀ ਕਿਸੇ ਵੀ ਏਜੰਸੀ ਰਾਹੀਂ, ਕਿਸੇ ਵੀ ਲਾਅ ਇਨਫੋਰਸਮੈਂਟ ਏਜੰਸੀ ਰਾਹੀਂ ਜੇ ਉਹ ਪਤਾ ਲੱਗੇ ਉਹਨੂੰ ਕਿ ਹਾਂ ਬਈ ਇਹ ਸੱਚ ਹੈ ਝੂਠ ਹੈ, ਤਾਂ ਮੇਰੇ ਖਿਆਲ ਦੇ ਨਾਲ ਜਨਤਾ ਵਾਸਤੇ ਜਾਣਨਾ ਠੀਕ ਹੈ, ਜ਼ਰੂਰੀ ਹੈ, ਕੋਈ ਚੱਕਰ ਨਹੀਂ ਹੈ। ਜੇ ਤੁਸੀਂ ਸੱਚੇ ਹੋ, ਹਾਂ, ਇਹਦੇ 'ਚ ਕਿਸੇ ਨੂੰ ਤੰਗ ਇਹ ਨਹੀਂ, ਇਹ ਸੋਚ ਕੇ ਨਹੀਂ ਤੰਗ ਕਰਨਾ ਚਾਹੀਦਾ ਕਿ ਦੂਸਰੀ ਪਾਰਟੀ ਦਾ। ਤਾਂ ਇਹ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਜੇ ਹਿਸਾਬ ਕਿਤਾਬ ਹੋ ਜਾਵੇ ਜਾਇਦਾਦਾਂ ਦਾ ਤਾਂ ਕੀ ਫਰਕ ਪੈਂਦਾ। ਆਮ ਆਦਮੀ ਪਾਰਟੀ ਵਾਲੇ ਜੇ ਆਪੋਜੀਸ਼ਨ 'ਚ ਚਲੇ ਜਾਂਦੇ ਕੱਲ ਨੂੰ, ਇਹਨਾਂ ਦਾ ਵੀ ਸਾਰਿਆਂ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਕਿ ਕਿਵੇਂ ਬਾਈ ਜਿਹੜੇ ਸਾਈਕਲਾਂ ਤੇ ਤੁਰੇ ਫਿਰਦੇ ਸੀ, ਸਕੂਟੀਆਂ ਤੇ ਤੁਰੇ ਫਿਰਦੇ ਸੀ, ਕੀ ਉਹ ਵਾਪਸ ਸਾਈਕਲ ਸਕੂਟੀਆਂ ਤੇ ਆਉਣਗੇ ਕਿ ਫਿਰ ਆਡੀਆਂ BMW ਤੇ ਜਾਣਗੇ।